ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕਰਮਜੀਤ ਕੌਰ ਸਵਾਗਤ ਕਰਦੀ ਹਾਂ ਲੂਸਿਡ ਅਕੈਡਮੀ 'ਚ। ਅੱਜ ਦੀ ਆਪਾਂ ਇਸ ਕਲਾਸ ਦੇ ਵਿੱਚ ਕਰਾਂਗੇ ਪੰਜਾਬ ਦੇ ਕੁਆਲੀਫਾਈਂਗ ਪੇਪਰ ਦੇ ਵਿੱਚ ਜਿਹੜੇ ਵੀ ਕੁਐਸਚਨ ਬਣ ਕੇ ਆਉਂਦੇ ਹਨ ਉਹਨਾਂ ਨਾਲ ਰਿਲੇਟਡ ਆਪਾਂ ਅੱਜ ਕਰਾਂਗੇ। ਜਿਵੇਂ ਕਿ ਤੁਹਾਨੂੰ ਪਹਿਲਾਂ ਆਪਾਂ ਸਿਲੇਬਸ ਦੇ ਬਾਰੇ ਵੀ ਡਿਸਕਸ ਕਰ ਲਿੱਤਾ ਸੀਗਾ ਕਿ ਸਿਲੇਬਸ ਦੇ ਵਿੱਚ ਕਿੱਥੋਂ ਕੁਐਸਚਨ ਜਿਹੜੇ ਬਣ ਕੇ ਆਉਂਦੇ ਹਨ। ਤਾਂ ਪਹਿਲੇ ਪਾਰਟ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀ ਰਚਨਾਵਾਂ ਦੇ ਬਾਰੇ, ਗੁਰੂ ਅੰਗਦ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀ ਰਚਨਾਵਾਂ ਬਾਰੇ, ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਰਚਨਾਵਾਂ ਦੇ ਬਾਰੇ ਪੁੱਛਿਆ ਜਾਏਗਾ। ਅੱਜ ਆਪਾਂ ਕਲਾਸ ਦੇ ਵਿੱਚ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸੀਗੇ। ਇਹਨਾਂ ਤੋਂ ਸਿੱਖ ਧਰਮ ਦੀ ਸ਼ੁਰੂਆਤ ਹੋਈ ਮੰਨੀ ਗਈ ਹੈ। ਇਹਨਾਂ ਨੇ ਹੀ ਸਿੱਖ ਧਰਮ ਦੇ ਵਿੱਚ ਜਿਹੜਾ ਹੈ ਕੀਰਤਨ ਦੀ ਪ੍ਰਥਾ, ਲੰਗਰ ਦੀ ਪ੍ਰਥਾ ਨੂੰ ਜਿਹੜਾ ਹੈ ਸ਼ੁਰੂ ਕੀਤਾ ਸੀਗਾ। ਠੀਕ ਹੈ, ਇਹਨਾਂ ਨੇ ਹੀ ਜਿਹੜਾ ਹੈ ਗੁਰਗੱਦੀ ਭਾਵ ਉੱਤਰਾਧਿਕਾਰੀ ਬਣਾਉਣ ਦਾ ਜਿਹੜਾ ਹੈ ਸੰਵਿਧਾਨ ਸਿੱਖ ਧਰਮ ਦੇ ਵਿੱਚ ਸ਼ੁਰੂ ਕੀਤਾ ਸੀਗਾ। ਅੱਜ ਅਸੀਂ ਪੜਾਂਗੇ ਪੰਜਾਬ ਦੀ ਵੱਡੀ ਤੇ ਲਸਾਨੀ ਤੇ ਬਹੁਤ ਹੀ ਪਵਿੱਤਰ ਤੇ ਪੂਜਣਯੋਗ ਸ਼ਖਸੀਅਤ ਦੇ ਬਾਰੇ ਵਿੱਚ ਗੱਲ ਕਰਾਂਗੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਤਾਰੇ ਛਿਪੇ ਅੰਧੋਰ ਪਲੋਇਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਠੀਕ ਹੈ, ਤਾਂ ਅੱਜ ਅਸੀਂ ਗੁਰੂ ਜੀ ਦੇ ਬਾਰੇ, ਜੀਵਨ ਦੇ ਬਾਰੇ, ਇਹਨਾਂ ਦੀ ਰਚਨਾਵਾਂ ਦੇ ਬਾਰੇ ਬਹੁਤ ਹੀ ਵਿਸਥਾਰ ਦੇ ਨਾਲ ਗੱਲ ਕਰਾਂਗੇ। ਗੱਲ ਕਰਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ। ਤੁਸੀਂ ਗੁਰੂ ਨਾਨਕ ਦੀ ਤਸਵੀਰ ਵੀ ਦੇਖ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਨੂੰ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ, ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ। ਅਗਰ ਕੁਐਸਚਨ ਜਨਮ ਦੇ ਉੱਤੋਂ ਪੁੱਛਿਆ ਜਾਵੇ, ਅਗਰ ਤਾਂ ਸਿੰਪਲ ਤੁਹਾਡੇ ਕੋਲ ਪੁੱਛ ਲਿੱਤਾ ਜਾਵੇ ਜਨਮ ਕਦੋਂ ਹੋਇਆ 1472 1469, ਤਾਂ ਅਸੀਂ 1469 ਨਾਲ ਜਾਵਾਂਗੇ। ਤਾਂ ਪੂਰੀ ਅਗਰ ਡੇਟ ਪੁੱਛ ਲਿੱਤੀ ਜਾਵੇ ਤਾਂ 15 ਅਪ੍ਰੈਲ 1469 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਤਲਵੰਡੀ, ਠੀਕ ਹੈ, ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਹੋਇਆ ਸੀਗਾ, ਜੋ ਕਿੱਥੇ ਹੈ ਪਾਕਿਸਤਾਨ। ਉਹਨਾਂ ਦੇ ਪਿਤਾ ਜੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਮਹਿਤਾ ਕਾਲੂ ਤੇ ਕਲਿਆਣ ਦਾਸ। ਮਹਿਤਾ ਕਾਲੂ ਜੀ ਇਹਨਾਂ ਦਾ ਨਿਕਨੇਮ ਸੀਗਾ, ਰੀਅਲ ਜਿਹੜਾ ਇਹਨਾਂ ਦਾ ਨੇਮ ਹੋ ਗਿਆ ਸੀਗਾ, ਰੀਅਲ ਨੇਮ ਸੀਗਾ ਕਲਿਆਣ ਦਾਸ। ਠੀਕ ਹੈ, ਹੁਣ ਆਪਣੇ ਵੀ ਤਾਂ ਘਰ ਦੇ ਵਿੱਚ ਆਪਾਂ ਨੂੰ ਛੋਟੇ ਨਾਮ ਨਾਲ ਬੁਲਾਇਆ ਜਾਂਦਾ ਹੈ। ਏਦਾਂ ਹੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਸ਼ਾਰਟ ਨੇਮ ਸੀਗਾ ਮਹਿਤਾ ਕਾਲੂ ਜੀ। ਉਹਨਾਂ ਦੇ ਕਲਿਆਣ ਦਾਸ ਦੇ ਨਾਮ ਦੇ ਬਾਰੇ ਸਾਨੂੰ ਕਿੱਥੋਂ ਜਾਣਕਾਰੀ ਮਿਲਦੀ ਹੈ ਤਾਂ ਬਾਬਰ ਬਾਣੀ, ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਜਦੋਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰ ਲਿੱਤਾ ਸੀ, ਉਸ ਟਾਈਮ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਦੀ ਰਚਨਾ ਜਿਹੜੀ ਹੈ ਉਹ ਕੀਤੀ ਸੀਗੀ। ਉਸ ਤੋਂ ਬਾਅਦ ਪਿਤਾ ਜੀ ਦੇ ਕੰਮ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਪਟਵਾਰੀ ਦਾ ਕੰਮ ਕਰਦੇ ਸੀਗੇ। ਗੱਲ ਕਰੀਏ ਮਾਤਾ ਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਸੀਗਾ ਤ੍ਰਿਪਤਾ ਦੇਵੀ ਜੀ। ਪਤਨੀ ਸੀਗੇ ਮਾਤਾ ਸੁਲੱਖਣੀ ਜੀ। ਬੇਬੇ ਨਾਨਕੀ ਜੀ ਇਹਨਾਂ ਦੀ ਭੈਣ ਸੀਗੇ। ਇਹਨਾਂ ਦੇ ਸਹੁਰੇ ਦਾ ਨਾਮ ਸੀਗਾ ਮੂਲਚੰਦ, ਜੋ ਕਿੱਥੋਂ ਦੇ ਰਹਿਣ ਵਾਲੇ ਸੀਗੇ, ਬਟਾਲੇ ਦੇ ਰਹਿਣ ਵਾਲੇ ਸੀਗੇ। ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲੇ ਦੇ ਵਿੱਚ ਹੋਇਆ ਸੀਗਾ, ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਂਦਾ ਹੈ। ਉਤੋਂ ਦੇ ਨਵਾਬ ਮੂਲਚੰਦ ਦੀ ਪੁੱਤਰੀ ਸੀਗੀ ਬੇਬੇ ਸੁਲੱਖਣੀ ਜੀ। ਉਹਨਾਂ ਦੇ ਨਾਲ ਇਹਨਾਂ ਦਾ ਵਿਆਹ ਜਿਹੜਾ ਹੈ ਉਹ ਕੀਤਾ ਗਿਆ ਸੀਗਾ। ਹੁਣ ਤੁਸੀਂ ਦੇਖ ਸਕਦੇ ਹੋ ਕਿ ਕੰਧ ਸਾਹਿਬ ਜਿਹੜਾ ਲਿਖਿਆ ਹੋਇਆ ਹੈ ਤਾਂ ਬਟਾਲੇ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਗੁਰਦੁਆਰਾ ਨਨਕਾਣਾ ਸਾਹਿਬ ਜਿਹੜਾ ਹੈ ਉਹ ਵੀ ਬਣਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਕੰਧ ਸਾਹਿਬ ਹੈ। ਜਦੋਂ ਗੁਰੂ ਨਾਨਕ ਦੇਵ ਜੀ ਵਿਆਹ ਕਰਵਾਉਣ ਦੇ ਲਈ ਗੁਰਦਾਸਪੁਰ ਬਟਾਲਾ ਦੇ ਵਿੱਚ ਜਾਂਦੇ ਹਨ ਤਾਂ ਉੱਥੇ ਇੱਕ ਕੰਧ ਜਿਹੜੀ ਹੈ ਬਣੀ ਹੁੰਦੀ ਹੈ, ਜੋ ਕਿ ਮਿੱਟੀ ਦੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਉਸ ਕੰਧ ਦੇ ਨਾਲ ਢਾਸਣਾ ਲਾ ਕੇ ਖੜੇ ਹੋ ਜਾਂਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਸਾਲੀਆਂ ਜਿਹੜੀਆਂ ਹਨ ਉਹ ਮਜ਼ਾਕ ਕਰਦੀਆਂ ਹਨ ਕਿ ਇਹ ਕੰਧ ਜਿਹੜੀ ਹੈ ਡਿੱਗਣ ਵਾਲੀ ਹੈ। ਪਰ ਗੁਰੂ ਜੀ ਨੇ ਉਸ ਟਾਈਮ ਉਸ ਕੰਧ ਨੂੰ ਜਿਹੜਾ ਆਸ਼ੀਰਵਾਦ ਦਿੱਤਾ ਕਿ ਇਹ ਕੰਧ ਜਿਹੜੀ ਹੈ ਕਦੇ ਵੀ ਨਹੀਂ ਡਿੱਗੇਗੀ, ਇਹ ਜੁਗਾਂ ਜੁਗਾਂ ਤੱਕ ਅਟਲ ਰਹੇਗੀ। ਤਾਂ ਉੱਥੇ ਜਿਹੜਾ ਹੈ ਅੱਜ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਕੰਧ ਸਾਹਿਬ ਜਿਹੜਾ ਹੈ ਉਹ ਬਣਿਆ ਹੋਇਆ ਹੈ। ਤਾਂ SBI ਦਾ ਪੇਪਰ ਜਿਹੜਾ 5 ਜਨਵਰੀ ਨੂੰ ਹੋ ਕੇ ਹਟਿਆ ਹੈ, ਉਸ ਪੇਪਰ ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਗੁਰਦੁਆਰਾ ਕੰਧ ਸਾਹਿਬ ਕਿੱਥੇ ਹੈ। ਉਸ ਤੋਂ ਬਾਅਦ ਬੱਚੇ ਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਬਾਬਾ ਸ਼੍ਰੀ ਚੰਦ ਜੀ ਤੇ
ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਬਾਬਾ ਸ਼੍ਰੀ ਚੰਦ ਜਿਹੜੇ ਸੀਗੇ ਉਹ ਵੱਡੇ ਸੀਗੇ, ਬਾਬਾ ਲਖਮੀ ਦਾਸ ਜੀ ਛੋਟੇ ਸੀਗੇ। ਠੀਕ ਹੈ, ਇਹਨਾਂ ਨੇ ਜਿਹੜੀ ਹੈ ਉਦਾਸੀ ਮਤ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਸੀਗੀ। ਸਮਕਾਲੀ ਕੌਣ ਸੀਗੇ ਗੁਰੂ ਨਾਨਕ ਦੇਵ ਜੀ ਦੇ? ਤਾਂ ਸਮਕਾਲੀ ਸੀਗੇ ਬਾਬਰ। ਹੁਣ ਸਮਕਾਲੀ ਕੀ ਹੁੰਦਾ ਹੈ ਬੱਚੇ? ਕਿ ਸਮਭਾਵ ਸੇਮ, ਕਾਲੀ ਮਤਲਬ ਕਾਲ। ਜਦੋਂ ਦੋ ਜਿਹੜੇ ਹਨ ਬੰਦੇ ਸਮ ਮਤਲਬ ਕਿ ਸੇਮ ਟਾਈਮ ਦੇ ਵਿੱਚ ਨਾਲ ਨਾਲ ਰੂਲ ਕਰਦੇ ਹਨ, ਉਹਨਾਂ ਨੂੰ ਸਮਕਾਲੀ ਕਿਹਾ ਜਾਂਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ 1526 ਦੇ ਵਿੱਚ ਇਹਨਾਂ ਨੇ ਜਿਹੜੀ ਹੈ ਪਾਣੀਪਤ ਦੀ ਪਹਿਲੀ ਲੜਾਈ ਜਿੱਤੀ ਸੀਗੀ। ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਨੇ ਜਿਹੜਾ ਹੈ ਮੁਗਲ ਵੰਸ਼ ਦੀ ਸਥਾਪਨਾ ਰੱਖੀ ਸੀਗੀ। ਤਾਂ ਉਸ ਤੋਂ ਬਾਅਦ ਜਿਹੜਾ ਮੁਗਲਾਂ ਦੇ ਪਹਿਲੇ ਜਿਹੜੇ ਹਨ ਇਹ ਸ਼ਾਸਕ ਬਣੇ ਸੀਗੇ ਤੇ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸੀਗੇ। ਤਾਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰਕੇ ਵੀ ਰੱਖਿਆ ਸੀਗਾ, ਜਿਹਦੇ ਚ ਆਪਾਂ ਜਿਹੜਾ ਹੈ ਇੱਕ ਸੰਖਿਆ ਰਾਏ ਵੀ ਪੜ੍ਹਦੇ ਹੁੰਦੇ ਹਾਂ, ਬਾਬਰ ਦੇ ਜੇਲ੍ਹ ਖਾਨੇ ਪੀਸਣ ਨੂੰ ਮਿਲਦੇ ਦਾਣੇ, ਚੱਕੀਆਂ ਤਾਂ ਚੱਲ ਪੀਆਂ ਆਪ ਮੁਹਾਰ, ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਠੀਕ ਹੈ, ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਬਾਬਰ ਤਾਂ ਸਮਕਾਲੀ ਸੀਗਾ, ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰਕੇ ਰੱਖਿਆ ਹੋਇਆ ਸੀਗਾ। ਨੈਕਸਟ ਗੱਲ ਕਰਦੇ ਹਾਂ ਸ਼ਹਿਰ। ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਾਮਕ ਸ਼ਹਿਰ ਜਿਹੜਾ ਹੈ ਉਹ ਵਸਾਇਆ ਸੀਗਾ। ਕਦੋਂ? 1521 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸ਼ਹਿਰ ਦੀ ਜਿਹੜੀ ਹੈ ਨੀਂਹ ਉਹ ਰੱਖੀ ਸੀਗੀ। ਉਸ ਤੋਂ ਬਾਅਦ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਦੇ ਸੱਚੇ ਮਿੱਤਰ, ਕਿ ਗੁਰੂ ਨਾਨਕ ਦੇਵ ਜੀ ਦੇ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਦੇ ਸੱਚੇ ਮਿੱਤਰ ਕੌਣ ਸੀਗੇ। ਹੁਣ ਦੇਖੋ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਛੱਜੂ ਜੀ ਤੇ ਭਾਈ ਲਾਲੂ ਜੀ ਜੋ ਸ਼ਰਧਾਲੂ ਸਨ ਗੁਰੂ ਨਾਨਕ ਦੇਵ ਜੀ ਦੇ। ਗੁਰੂ ਨਾਨਕ ਦੇਵ ਜੀ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ 4 ਉਦਾਸੀਆਂ ਕੀਤੀਆਂ ਸੀਗੀਆਂ, ਜੋ ਕਿ 4 ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਕੀਤੀਆਂ ਗਈਆਂ ਸੀਗੀਆਂ। ਠੀਕ ਹੈ, ਤਾਂ ਗੁਰੂ ਜੀ ਨੇ ਇਹਨਾਂ ਉਦਾਸੀਆਂ ਨੂੰ ਗੁਰੂ ਜੀ ਦੀਆਂ ਯਾਤਰਾਵਾਂ ਵੀ ਕਿਹਾ ਜਾਂਦਾ ਹੈ, ਕਿਉਂਕਿ ਅਸੀਂ ਪੜ੍ਹਦੇ ਵੀ ਹਾਂ, ਇੱਕ ਬਾਬਾ ਨਾਨਕ ਸੀ ਉਹ ਜੀ ਨੇ ਤੁਰ ਕੇ ਦੁਨੀਆ ਗਾਤੀ। ਠੀਕ ਹੈ, ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 4 ਉਦਾਸੀਆਂ ਜਿਹੜੀਆਂ ਕੀਤੀਆਂ ਸੀਗੀਆਂ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ 4 ਯਾਤਰਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੇ ਇਹਨਾਂ 4 ਉਦਾਸੀਆਂ ਦਾ ਮੋਟਿਵ ਕੀ ਸੀਗਾ? ਇਸ ਦੇ ਰਾਹੀਂ ਗੁਰੂ ਜੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸੀਗੇ, ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਣਾ ਚਾਹੁੰਦੇ ਸੀਗੇ, ਲੋਕਾਂ ਦੇ ਵਿੱਚ ਜਿੰਨੇ ਵੀ ਅੰਧ ਵਿਸ਼ਵਾਸ ਸੀਗੇ ਜਾਂ ਭੇਦ ਭਾਵ ਸੀ ਉਹਨਾਂ ਦਾ ਖੰਡਨ ਜਿਹੜਾ ਹੈ ਕਰਨਾ ਚਾਹੁੰਦੇ ਸੀਗੇ ਇਹਨਾਂ ਉਦਾਸੀਆਂ ਦੇ ਰਾਹੀਂ। ਉੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣੇ ਸੀਗੇ ਭਾਈ ਲਾਲੋ ਜੀ। ਤੇ ਇਹਨਾਂ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਭਾਈ ਲਾਲੋ ਜੀ ਤੇ ਭਾਈ ਮਲਿਕ ਭਾਗੋ ਜੀ ਦੋ ਜਿਹੜੇ ਸੀਗੇ ਉਹ ਉੱਥੋਂ ਜਿਹੜੇ ਇੱਕ ਪਿੰਡ ਦੇ ਵਿੱਚ ਰਹਿੰਦੇ ਸੀਗੇ। ਲਾਲੋ ਜਿਹੜੀ ਸੀ ਤਰਖਾਨ ਦਾ ਕੰਮ ਕਰਦੇ ਸੀ ਤੇ ਜਿਹੜਾ ਮਲਿਕ ਭਾਗੋ ਸੀ ਉਹ ਜਿਹੜਾ ਉਹਨੇ ਇੱਕ ਰਹਿਣ ਦੇ ਵਾਸਤੇ ਜਿਹੜੀ ਹੈ ਕੁਟੀਆ ਬਣਾਈ ਹੋਈ ਸੀ, ਲੋਕਾਂ ਨੂੰ ਰਾਤ ਨੂੰ ਉੱਥੇ ਠਹਿਰਾ ਲੈਂਦਾ, ਲੋਕਾਂ ਨੂੰ ਰਾਤ ਨੂੰ ਲੁੱਟ ਕੇ ਸਵੇਰੇ ਉਹਨਾਂ ਨੂੰ ਮਾਰ ਕੇ ਖੂਹ ਦੇ ਵਿੱਚ ਸੱਟ ਦਿੰਦਾ ਸੀਗਾ। ਤਾਂ ਗੁਰੂ ਨਾਨਕ ਦੇਵ ਜੀ ਵੀ ਉੱਥੇ ਰਾਤ ਖੜੇ ਸੀ, ਠਹਿਰੇ ਸੀਗੇ। ਤਾਂ ਅਗਲੇ ਦਿਨ ਗੁਰੂ ਨਾਨਕ ਦੇਵ ਜੀ ਨੂੰ ਭਾਈ ਲਾਲੋ ਜੀ ਮਿਲਣ ਲਈ ਆਉਂਦੇ ਹਨ ਤਾਂ ਕਹਿੰਦੇ ਹਨ ਗੁਰੂ ਜੀ ਤੁਸੀਂ ਮੇਰੇ ਘਰੇ ਜਿਹੜਾ ਹੈ ਲੰਗਰ ਛਕਣਾ ਹੈ। ਪਰ ਮਲਿਕ ਭਾਗੋ ਕਹਿੰਦੇ ਹਨ ਨਹੀਂ ਗੁਰੂ ਜੀ ਮੇਰੇ ਘਰ ਲੰਗਰ ਛਕਣਾ ਹੈ। ਤਾਂ ਜਦੋਂ ਭਾਈ ਲਾਲੋ ਜੀ ਗੁਰੂ ਜੀ ਦੀਆਂ ਦੇ ਲਈ ਲੰਗਰ ਲੈ ਕੇ ਆਉਂਦੇ ਹਨ ਤਾਂ ਜਦੋਂ ਹੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦਾ ਦਿੱਤਾ ਲੰਗਰ ਆਪਣੇ ਮੂੰਹ ਦੇ ਵਿੱਚ ਪਾਉਂਦੇ ਹਨ ਤਾਂ ਉਸ ਲੰਗਰ ਦੇ ਵਿੱਚੋਂ ਦੁੱਧ ਦੀ ਧਾਰ ਜਿਹੜੀ ਹੈ ਉਹ ਵਗ ਰਹੀ ਹੁੰਦੀ ਹੈ। ਤਾਂ ਮਲਿਕ ਭਾਗੋ ਜਦੋਂ ਆਪਣੇ ਗੁਰੂ ਜੀ ਮਲਿਕ ਭਾਗੋ ਦੇ ਦਿੱਤੇ ਭੋਜਨ ਦੀ ਬੁਰਕੀ ਤੋੜਦੇ ਹਨ ਤਾਂ ਉਹਨਾਂ ਦੇ ਭੋਜਨ ਦੇ ਵਿੱਚੋਂ ਜਿਹੜਾ ਲਹੂ ਨਿਕਲ ਰਿਹਾ ਹੁੰਦਾ ਹੈ। ਤਾਂ ਗੁਰੂ ਜੀ ਨੇ ਕਿਹਾ ਭਲੀਏ ਲੋਕੇ ਇਹ ਤੇਰੇ ਜਿਹੜੀ ਹੈ ਹੱਕ ਹਲਾਲ ਦੀ ਕਮਾਈ ਨਹੀਂ, ਇਹ ਜਿਹੜੀ ਹੈ ਇੱਕ ਕਸੂਰਾਂ ਦੇ ਖੂਨ ਦੇ ਵਿੱਚ ਰੰਗੀ ਹੋਈ ਰੋਟੀ ਹੈ। ਤਾਂ ਇਸ ਤਰ੍ਹਾਂ ਗੁਰੂ ਜੀ ਨੇ ਮਲਿਕ ਭਾਗੋ ਨੂੰ ਸਿੱਧੇ ਰਸਤੇ ਜਿਹੜਾ ਹੈ ਪਾਇਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਗੱਲ ਕਰੀਏ ਰਚਨਾ ਤਾਂ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਮਹੱਤਵਪੂਰਨ ਰਚਨਾ ਹੋ ਜਾਂਦੀ ਹੈ ਜਪਜੀ ਸਾਹਿਬ। ਔਰ ਜਪਜੀ ਸਾਹਿਬ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਹੈ ਉਹ ਰਹਿਣ ਵਾਲੀ ਹੈ। ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਦੀ ਰਚਨਾ ਦੀ ਅਗਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕੁਐਸਚਨ ਬਣਦਾ ਹੈ ਇਹਦੇ ਉੱਤੇ ਕਿ ਜਪਜੀ ਸਾਹਿਬ ਅੰਮ੍ਰਿਤ ਵੇਲੇ ਦੀ ਬਾਣੀ ਹੈ। ਠੀਕ ਹੈ, ਜਪਜੀ ਸਾਹਿਬ ਜਿਹੜੀ ਹੈ ਉਹ ਅੰਮ੍ਰਿਤ ਵੇਲੇ ਦੀ ਬਾਣੀ ਹੈ। ਦੂਜਾ ਅਸੀਂ ਪੁਆਇੰਟ ਲਿਖ ਲਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ। ਠੀਕ
ठीक है, गुरु ग्रंथ साहिब जी दी पहली बाणी। गुरु ग्रंथ साहिब जी शुरुआत जिथों हुंदी है तो जपजी साहिब दी बाणी दे नाल हुंदी है। उस तो बाद गल कीती जावे कि जपजी साहिब दा राग, तो जपजी साहिब दा कोई भी राग जिहड़ा है वो नहीं है। जपजी साहिब बाणी जिहड़ी है वो राग मुक्त बाणी जिहड़ी है हो जावेगी। और जपजी साहिब दी पौड़ियां दी गल करिए तो जपजी साहिब दे विच जिहड़ियां हन 38 पौड़ियां हन। खंड जपजी साहिब दीयां 38 पौड़ियां नूं 5 खंडां दे विच वंडिया है। किहड़े किहड़े? शर्म खंड, ज्ञान खंड, कर्म खंड, धर्म खंड ते सच खंड। ठीक है, जपजी साहिब दे विच 2 श्लोक हैं। एक तो जदों जपजी साहिब दा आपां भोग पा दिन्ने हां, अंत दे वल चलदे हां तां उत्थे जिहड़ा लिखिया हुंदा है, पवन गुरु पानी पिता माता तरत महत, दिवस रात दो दाई दाया, खिलै सगल जगत, चंगियाइयां बुरियाइयां वाचै धर्म हदूर, करमी आपो अपनी के नेड़े के दूर, जिन्नी नाम ते आया गए मसक्कत काल, नानक ते मुख उजले केती छुट्टी नाल। तां जपजी साहिब दे अंत दे विच इह श्लोक जिहड़ा है लिखिया होया है। और दूजे श्लोक की गल करिए तो जपजी साहिब दे विच एक मूल मंत्र भी है। ठीक है, आ देखो आ सच जुगा सच दूजे श्लोक का नाम जिहड़ा लिखिया होया है। ठीक है, तो जपजी साहिब दे विच मूल मंत्र भी है। मूल मंत्र के बारे जिक्र नहीं किया तो आपां लिख देने हाँ, जपजी साहिब दे विच मूल मंत्र भी है जिसनों मंगलाचरण भी कहा जाता है। तो मूल मंत्र जदों ही आपां मूल मंत्र नूं पढ़दे हां, एक ओंकार सतनाम करता पुरख निरभो निर्वैर अकाल मूर्त अजूनी सैभंग गुर प्रसाद। तो जदों ही गुर प्रसाद तो बाद अगे पंक्ति आपां पढ़दे हां, आद सच जुगाद सच है भी सच नानक होसी पी सच। तो आद सच तो लैके नानक होसी पी सच तक जिहड़ा है जपजी साहिब दा दूजा श्लोक है। और एक ओंकार तो लेके गुर प्रसाद तक जपजी साहिब दा मंगलाचरण जा मूल मंत्र है। दूजी रचना की गल करिए तो जब गुरु नानक देव जी की दूजी रचना हो जाएगी आसा दी वार। ठीक है, आसा जी दी वार दियां 24 पौड़ियां हन। और आसा जी दी वार दे उत्ते जो क्वेश्चन बनता है ये जिहड़ी है अमृत वेले दी बाणी है। हुण तुहाडे माइंड दे विच आएगा कि जपजी साहिब भी अमृत वेले दी बाणी है और आसा दी वार भी, पर 12 जिहड़ी अपनी आसा दी वार है ना, इस बाणी दा पाठ सूरज उगण तो पहला जिहड़ा है कीता जांदा है। सूरज उगण तो पहला पहला इस बाणी दा पाठ पढ़िया जाता है। सूरज उगण तो पहला पहला। गल करिए गुरु नानक देव जी की अगली बाणी, तो गुरु नानक देव जी की अगली रचना हो जाएगी सिद्ध गोष्ठ। तो गुरु नानक देव जी की रचना की अगर गल करिए सिद्ध गोष्ठ, तो इस बाणी दे विच गुरु नानक देव जी ने सिद्ध जोगियां दे नाल जिहड़ी है वार्तालाप कीती सीगी। उन्हां दे नाल कीती गल दा विवरण जिहड़ा है इस बाणी दे विच जिहड़ा दर्ज कीता गया है। तो इसे करके गुरु नानक देव जी की नैक्सट बाणी हो जाएगी अपनी सिद्ध गोष्ठ। उस तो बाद गुरु नानक देव जी की अगली रचना है दखनी ओंकार। ठीक है, दखनी ओंकार तो बाद गुरु नानक देव जी की अगली रचना है 12 माह तुखारी। हुण 12 माह की गल करिए तो 12 माह बाणी जिहड़ी है 2 गुरु साहिबान जी वालों लिखी गई सीगी। 2 गुरु साहिबान जी वालों लिखी गई पर उनके राग अलग अलग हैं। एक है राग तुखारी, एक है राग माज। बहुत बच्चा इस क्वेश्चन विच कंफ्यूज होंदा है और एग्जामिनर वार-वार बच्चे नूं कंफ्यूज करन दे लई पेपर दे विच ये क्वेश्चन जिहड़ा है पाउंदा है। और तुसीं जिहड़ा है अज तो बाद कदे भी कंफ्यूज नहीं होना है। तुखारी जिहड़ी है एक गुरु नानक देव जी की 12 माह की रचना है। अगर माज आ जाता है तो माज जिहड़ी है गुरु नानक देव जी गुरु अर्जन देव जी वालों रचित जिहड़ी है बाणी है। गुरु घर दे विच सब तो वध पढ़ी जाण वाली बाणी किहड़ी है? तो गुरु घर दे विच सब तो वध पढ़ी जाण वाली बाणी किहड़ी है? 12वां माज। और 12वां माज बाणी दा पाठ ही जिहड़ा है
ਉਹ ਸੰਗਰਾਂਦ ਦੇ ਦਿਨ ਜਿਹੜਾ ਹੈ ਗੁਰੂ ਘਰ ਦੇ ਵਿੱਚ ਪੜਿਆ ਜਾਂਦਾ ਹੈ। ਹੁਣ 12 ਮਾਹ ਬਾਣੀ ਦਾ ਅਰਥ ਕੀ ਹੈ? ਇਹ ਬਾਣੀ ਜਿਹੜੀ ਹੈ ਸਾਨੂੰ 12 ਮਹੀਨਿਆਂ ਦੇ ਬਾਰੇ ਦੱਸਦੀ ਹੈ। ਜਿਵੇਂ ਗੱਲ ਕਰੀਏ ਚੇਤ, ਵਿਸਾਖ, ਜੇਠ, ਹਾੜ, ਭਾਦੋ, ਸੌਣ, ਅੱਸੂ, ਕੱਤੇ, ਸਾਡੇ ਦੇਸੀ 12 ਮਹੀਨੇ ਹਨ। ਉਹਨਾਂ ਦੇਸੀ 12 ਮਹੀਨਿਆਂ ਦਾ ਜਿਹੜਾ ਜ਼ਿਕਰ ਹੈ ਸਾਨੂੰ 12 ਮਾਹ ਬਾਣੀ ਦੇ ਵਿੱਚੋਂ ਮਿਲਦਾ ਹੈ। ਜਿਵੇਂ ਗੱਲ ਕਰੀਏ ਮਾਘ ਦਾ ਮਹੀਨਾ, ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ, ਤਾਂ ਇਸ ਦੇ ਵਿੱਚ ਜਿਹੜਾ ਹੈ ਮਾਘ ਦੇ ਮਹੀਨੇ ਦੀ ਚਰਚਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਨੈਕਸਟ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਦੀ ਪੱਟੀ ਬਾਣੀ, ਤਾਂ ਇਹ ਬਹੁਤ ਇੰਪੋਰਟੈਂਟ ਹੈ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਬਹੁਤ ਵਾਰ ਪੇਪਰ ਦੇ ਵਿੱਚ ਇੱਥੋਂ ਕੁਐਸਚਨ ਬਣ ਕੇ ਆ ਚੁੱਕਾ ਹੈ ਪੱਟੀ ਬਾਣੀ ਦੇ ਉੱਤੋਂ। ਤਾਂ ਪੱਟੀ ਬਾਣੀ ਜਿਹੜੀ ਹੈ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅੱਖਰਾਂ ਦੇ ਬਾਰੇ ਜਿਹੜਾ ਹੈ ਉਹ ਅੱਖਰਾਂ ਦੇ ਬਾਰੇ ਜਿਹੜਾ ਇਸ ਬਾਣੀ ਦੇ ਵਿੱਚ ਲਿਖਿਆ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਊੜਾ, ਐੜਾ, ਈੜੀ, ਤਾਂ ਇਹਨਾਂ ਊੜਾ, ਐੜਾ, ਈੜੀ ਦੇ ਬਾਰੇ ਜਾਣਕਾਰੀ ਕਿੱਥੋਂ ਮਿਲਦੀ ਹੈ? ਗੁਰੂ ਨਾਨਕ ਦੇਵ ਜੀ ਦੀ ਪੱਟੀ ਬਾਣੀ ਤੋਂ। ਹੁਣ ਕਈ ਬੱਚੇ ਆਉਣਗੇ, ਉਹਨਾਂ ਦੇ ਮਾਈਂਡ ਦੇ ਵਿੱਚ ਇਹ ਕੁਐਸਚਨ ਆ ਰਿਹਾ ਹੋਏਗਾ, ਕਿਉਂਕਿ ਅਸੀਂ ਕਿਸੇ ਵੀ ਬੱਚੇ ਨੂੰ ਕੰਫਿਊਜ਼ ਨਹੀਂ ਰੱਖਣਾ ਚਾਹੁੰਦੇ। ਤੁਹਾਡੇ ਮਾਈਂਡ ਤੇ ਕੁਐਸਚਨ ਆ ਰਿਹਾ ਹੋਏਗਾ ਕਿ ਹੁਣ ਮੈਡਮ ਕਹਿ ਰਹੇ ਨੇ ਕਿ ਊੜਾ, ਐੜਾ, ਈੜੀ ਤਾਂ ਪੱਟੀ ਬਾਣੀ ਦੇ ਵਿੱਚ ਹੈ। ਵੈਸੇ ਕਿਹਾ ਜਾਂਦਾ ਹੈ ਕਿ ਗੁਰਮੁਖੀ ਦੇ ਜਿਹੜੇ ਪਿਤਾਮਾ ਹਨ ਉਹ ਗੁਰੂ ਅੰਗਦ ਦੇਵ ਜੀ ਹਨ। ਤਾਂ ਗੁਰਮੁਖੀ ਤਾਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਪੀਰੀਅਡ ਤੋਂ ਹੀ ਆ ਗਈ ਸੀਗੀ, ਬਟ ਉਹਨੂੰ ਸਹੀ ਤਰਤੀਬ ਦੇ ਵਿੱਚ ਸਹੀ ਤਰੀਕੇ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਸੀਗਾ ਗੁਰੂ ਅੰਗਦ ਦੇਵ ਜੀ ਨੇ। ਇਸੇ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਹੀ ਰੀਅਲ ਫਾਊਂਡਰ ਜਿਹੜਾ ਹੈ ਮੰਨਿਆ ਜਾਂਦਾ ਹੈ। ਇਸੇ ਕਰਕੇ ਜਿਹੜਾ ਹੈ ਉਹ ਜਿਹੜੇ ਹਨ ਇਹਨਾਂ ਦੇ ਪਿਤਾਮਾ ਮੰਨੇ ਗਏ ਹਨ। ਗੱਲ ਕੀਤੀ ਜਾਵੇ ਕੁੱਲ ਸ਼ਬਦ ਕਿ ਜਬ ਗੁਰੂ ਨਾਨਕ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਸ਼ਬਦ ਕਿੰਨੇ ਹਨ? ਤਾਂ 974 ਸ਼ਬਦ ਗੁਰੂ ਜੀ ਦੇ ਜਿਹੜੇ ਹਨ ਦਰਜ ਕੀਤੇ ਗਏ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੱਲ ਕੀਤੀ ਜਾਵੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕੀ ਕਹਿੰਦੀਆਂ ਹਨ। ਉਹਨਾਂ ਦੀ ਸਿੱਖਿਆਵਾਂ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕਰਨਾ। ਕਹਿੰਦੇ ਕਿਰਤ ਕਰੋ, ਕਿਰਤ ਕਰਨ ਤੋਂ ਬਾਅਦ ਨਾਮ ਜਪੋ, ਔਰ ਕਿਰਤ ਕਰਦੇ ਕਰਦੇ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ, ਕੰਮ ਕਰਦੇ ਕਰਦੇ ਉਸ ਪਰਮਾਤਮਾ ਨੂੰ ਯਾਦ ਰੱਖੋ। ਯਾਦ ਰੱਖਣ ਤੋਂ ਬਾਅਦ ਕਿਰਤ ਕਰਨ, ਨਾਮ ਜਪਣ ਤੋਂ ਬਾਅਦ ਵੰਡ ਛਕਣਾ ਚਾਹੀਦਾ ਹੈ। ਜੋ ਵੀ ਤੁਸੀਂ ਕਮਾਈ ਦਾ ਹਿੱਸਾ ਲੈ ਕੇ ਆਏ ਹੋ ਉਹਦੇ ਵਿੱਚੋਂ ਗੁਰੂ ਘਰ ਦੇ ਲਈ ਦਸਵੰਧ ਕੱਢੋ, ਬਾਕੀ ਜਿਹੜਾ ਹਿੱਸਾ ਹੈ ਆਪਣੀ ਫੈਮਿਲੀ ਦੇ ਨਾਲ ਜਿਹੜਾ ਹੈ ਡਿਸਟ੍ਰੀਬਿਊਟ ਕਰਕੇ ਵੰਡ ਕਰਕੇ ਖਾਓ। ਨੈਕਸਟ ਗੱਲ ਕਰੀਏ ਉਦਾਸੀਆਂ, ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ 4 ਉਦਾਸੀਆਂ ਜਿਹੜੀਆਂ ਹਨ ਕੀਤੀਆਂ ਸੀਗੀਆਂ। ਗੱਲ ਇੱਕ ਬੱਚੇ ਬਾਬਾ ਜੀ ਦੀ ਇੱਕ ਬਾਣੀ ਰਹਿ ਗਈ ਹੈ ਤਾਂ ਲਿਖ ਲਿਓ ਬਾਬਰ ਬਾਣੀ। ਠੀਕ ਹੈ, ਇਹ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੇ ਵੱਲੋਂ ਕੈਦ ਕੀਤਾ ਗਿਆ ਸੀ ਤਾਂ ਉਸ ਟਾਈਮ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਦੀ ਰਚਨਾ ਜਿਹੜੀ ਹੈ ਉਹ ਕੀਤੀ ਸੀਗੀ। ਗੱਲ ਕੀਤੀ ਜਾਵੇ ਉਦਾਸੀਆਂ, ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 4 ਉਦਾਸੀਆਂ ਕੀਤੀਆਂ ਸੀਗੀਆਂ, ਜਿਨ੍ਹਾਂ ਦਾ ਅਰਥ ਕੀ ਹੈ? ਯਾਤਰਾ ਕਰਨੀ। ਪਹਿਲੀ ਉਦਾਸੀ 1499 ਤੋਂ 1509, ਦੂਜੀ ਉਦਾਸੀ 1510 ਤੋਂ 1515, ਤੀਜੀ ਉਦਾਸੀ 1515 ਤੋਂ 1517, ਚੌਥੀ ਉਦਾਸੀ 1517 ਤੋਂ 1521। ਇਹ ਈਅਰ ਕਦੇ ਵੀ ਐਗਜ਼ਾਮ ਦੇ ਵਿੱਚ ਨਹੀਂ ਪੁੱਛੇ ਗਏ, ਤਾਂ ਈਅਰਸ ਨੂੰ ਯਾਦ ਰੱਖੋ ਚਾਹੇ ਨਾ ਰੱਖੋ, ਬਟ ਇਹਦੇ ਸਥਾਨ ਜਿਹੜੇ ਹਨ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਐਗਜ਼ਾਮ ਦੇ ਵਿੱਚ ਸਥਾਨ ਦੇ ਉੱਤੋਂ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਹੈ। ਕਹਿੰਦੇ ਪਹਿਲੀ ਉਦਾਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸੈਦਪੁਰ, ਸੈਕਿੰਡ ਭੇਵਾ, ਥਰਡ ਕੁਰੂਕਸ਼ੇਤਰ, ਫੋਰਥ ਪਾਣੀਪਤ। ਪਹਿਲੀ ਉਦਾਸੀ ਦੇ ਟਾਈਮ ਗੁਰੂ ਨਾਨਕ ਦੇਵ ਜੀ ਇਹਨਾਂ ਸਥਾਨਾਂ ਦੇ ਉੱਤੇ ਗਏ ਸੀਗੇ। ਦਿੱਲੀ, ਹਰਿਦੁਆਰ, ਗੋਰਖਮੱਤਾ, ਬਨਾਰਸ, ਬਗੇਲੇ, ਕਾਮਰੂਪ, ਆਸਾਮ, ਜਗਨਨਾਥਪੁਰੀ, ਆਗਰਾ, ਗੁੜਗਾਵਾਂ, ਸੰਗਰੂਰ, ਯਮੁਨਾ ਨਗਰ। ਦੂਜੀ ਉਦਾਸੀ ਚ ਸ਼੍ਰੀਨਗਰ, बीकानेर, अजमेर, चित्तौड़, उज्जैन, इंदौर, हैदराबाद, बीदर, रमेश्वर, पुष्कर, तीरथ। तीजी उदासी दे वेले गुरु जी कांगड़ा, चंबा, मंडी नौदड़, बिलासपुर, कश्मीर, कैलाश पर्बत, मानसरोवर, झील ते तिब्बत च गए सी। चौथी उदासी दे वेले मक्का, मदीना, सऊदी अरब, बगदाद, अफगानिस्तान। तो गुरु नानक देव जी ने 4 ਦੀਆਂ 4 ਦਿਸ਼ਾਵਾਂ ਦੇ ਵਿੱਚ ਆਪਣੀਆਂ ਉਦਾਸੀਆਂ ਜਿਹੜੀਆਂ ਹਨ ਉਹ ਕੀਤੀਆਂ ਸੀਗੀਆਂ। ਇਹਨਾਂ ਉਦਾਸੀਆਂ ਦਾ ਮੇਨ ਮੋਟਿਵ ਕੀ ਸੀਗਾ? ਇਹਨਾਂ ਉਦਾਸੀਆਂ ਦਾ ਭੁੱਲੇ ਹੋਏ ਲੋਕਾਂ ਨੂੰ ਸਿੱਧੇ ਰਾਸਤੇ ਤੇ ਪਾਉਣਾ ਜਿਹੜਾ ਹੈ ਇਹਨਾਂ ਦਾ ਜਿਹੜਾ ਹੈ ਉਹ ਮੇਨ ਮੋਟਿਵ ਸੀਗਾ। 4 ਉਦਾਸੀਆਂ ਤੋਂ ਵਾਪਸ ਆ ਕੇ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ 1521 ਦੇ ਵਿੱਚ ਜਿਹੜਾ ਹੈ ਨਗਰ ਵਸਾਇਆ ਸੀਗਾ ਕਰਤਾਰਪੁਰ। और ये याद रखना है कि
ਪਹਿਲੇ ਗੁਰੂ, ਦੂਸਰੇ ਗੁਰੂ, ਤੀਸਰੇ ਗੁਰੂ, ਚੌਥੇ ਗੁਰੂ ਤੇ ਛੇਵੇਂ ਗੁਰੂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ। ਇਹਨਾਂ ਨੇ ਜਿਹੜਾ ਵੀ ਨਗਰ ਵਸਾਇਆ ਸੀਗਾ ਉੱਥੇ ਹੀ ਜੋਤੀ ਜੋਤ ਸਮਾਏ ਸੀਗੇ। ਜਿਹੜਾ ਵੀ ਨਗਰ ਵਸਾਇਆ ਉੱਥੇ ਕੀ ਕੀਤਾ ਇਹਨਾਂ ਨੇ? ਜੋਤੀ ਜੋਤ। ਠੀਕ ਹੈ, ਤਾਂ ਬੱਚੇ ਇਹਦੇ ਵਿੱਚੋਂ ਜਿਹੜਾ ਕੁਐਸਚਨ ਪੇਪਰ ਦੇ ਵਿੱਚ ਬਣ ਕੇ ਆਉਂਦੇ ਹਨ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਕਲੀਅਰ ਹੋਏਗਾ। ਬਾਕੀ ਆਪਾਂ ਮਿਲਦੇ ਹਾਂ ਆਪਣੀ ਕੱਲ ਦੀ ਕਲਾਸ 'ਚ।